Hello dears, I am Simarjit Kaur, your English teacher. Today we will read the chapter Budgeting Your Time. It has been written by Dr. D.V. Jindal. ਪਿਆਰੇ ਬੱਚਿਓ, ਅੱਜ ਆਪਾਂ ਪੜਾਂਗੇ ਬਜਟਿੰਗ ਯੋਰ ਟਾਈਮ ਕਿ ਆਪਣੇ ਸਮੇਂ ਦਾ ਬਜਟ ਕਿਵੇਂ ਬਣਾਉਣਾ ਹੈ। ਬੱਚਿਓ, ਜਿਵੇਂ ਅਸੀਂ ਪੈਸੇ ਦਾ ਬਜਟ ਬਣਾਉਂਦੇ ਹਾਂ ਕਿ ਕਿੰਨਾ ਪੈਸਾ ਖਰਚਣਾ ਹੈ ਅਤੇ ਉਸ ਨੂੰ ਕਿਵੇਂ ਖਰਚਣਾ ਹੈ, ਕਿੰਨਾ ਪੈਸਾ ਸੇਵ ਕਰਨਾ ਹੈ, ਉਸੇ ਤਰ੍ਹਾਂ ਹੀ ਸਾਨੂੰ ਆਪਣੇ ਸਮੇਂ ਦਾ ਵੀ ਬਜਟ ਬਣਾਉਣਾ ਚਾਹੀਦਾ ਹੈ ਤਾਂ ਕਿ ਅਸੀਂ ਸਮੇਂ ਨੂੰ ਸਹੀ ਮਾਤਰਾ ਵਿੱਚ ਵਰਤ ਸਕੀਏ ਅਤੇ ਉਸ ਦਾ ਪੂਰਾ ਫਾਇਦਾ ਉਠਾ ਸਕੀਏ। ਪਿਆਰੇ ਬੱਚਿਓ, ਆਓ ਹੁਣ ਆਪਾਂ ਸਟੋਰੀ ਰੀਡ ਕਰਦੇ ਹਾਂ। ਲੈਟ ਅਸ ਰੀਡ ਦਾ ਸਟੋਰੀ। ਮਨੀ ਦੇ ਸੇ ਇਜ਼ ਦਾ ਮੋਸਟ ਇੰਪੋਰਟੈਂਟ ਥਿੰਗ ਇਨ ਲਾਈਫ। ਕਹਿੰਦੇ ਹਨ ਕਿ ਜਿਹੜਾ ਧਨ ਹੈ ਉਹ ਜ਼ਿੰਦਗੀ ਵਿੱਚ ਸਭ ਤੋਂ ਇੰਪੋਰਟੈਂਟ ਯਾਨੀ ਕਿ ਮਹੱਤਵਪੂਰਨ ਚੀਜ਼ ਹੈ। ਮਨੀ ਮੇਕਸ ਦਾ ਮੇਅਰ ਗੋ ਇਜ਼ ਐਨ ਏਜ ਓਲਡ ਸੇਇੰਗ। ਏਜ ਓਲਡ ਮੀਨਸ ਪੁਰਾਣੀ ਕਹਾਵਤ। ਮਨੀ ਮੇਕਸ ਦਾ ਮੇਅਰ ਗੋ ਕਹਿੰਦੇ ਕਿ ਦਾਮ ਬਣਾਏ ਕਾਮ ਇੱਕ ਪੁਰਾਣੀ ਕਹਾਵਤ ਹੈ। The power of money people believe is great। ਲੋਕਾਂ ਦਾ ਵਿਸ਼ਵਾਸ ਹੈ ਕਿ ਧਨ ਦੀ ਜਿਹੜੀ ਪਾਵਰ ਹੈ ਉਹ ਬੜੀ ਹੀ ਜ਼ਿਆਦਾ ਹੈ। ਬਟ ਗ੍ਰੇਟਰ ਸਟਿਲ ਇਜ਼ ਦਾ ਪਾਵਰ ਆਫ ਟਾਈਮ। ਪਰ ਸਮੇਂ ਦੀ ਜਿਹੜੀ ਪਾਵਰ ਹੈ, ਸ਼ਕਤੀ ਹੈ, ਉਹ ਕੀ ਹੈ, ਪੈਸੇ ਤੋਂ ਵੀ ਜ਼ਿਆਦਾ ਹੈ। ਮਨੀ ਵੰਸ ਲੋਸਟ ਕਹਿੰਦੇ ਕਿ ਜੇ ਪੈਸਾ ਇੱਕ ਵਾਰੀ ਗੁਆਚ ਜਾਵੇ ਕੈਨ ਬੀ ਰੀਗੇਨਡ ਤਾਂ ਉਹ ਅਸੀਂ ਆਪਣੀ ਮਿਹਨਤ ਨਾਲ ਕਿਸੇ ਨਾ ਕਿਸੇ ਤਰ੍ਹਾਂ ਦੁਬਾਰਾ ਰੀਗੇਨ ਮੀਨਸ ਪ੍ਰਾਪਤ ਕਰ ਸਕਦੇ ਹਾਂ। ਟਾਈਮ ਵੰਸ ਲੋਸਟ ਇਜ਼ ਲੋਸਟ ਫਾਰ ਐਵਰ। ਪਰ ਜੇਕਰ ਸਮਾਂ ਇੱਕ ਵਾਰ ਗੁਆ ਲਈਏ ਤਾਂ ਉਹ ਹਮੇਸ਼ਾ ਲਈ ਗੁਆ ਜਾਂਦਾ ਹੈ। ਟਾਈਮ ਐਂਡ ਟਾਈਡ ਵੇਟ ਫਾਰ ਨਨ। ਕਹਿੰਦੇ ਕਿ ਜਿਹੜਾ ਟਾਈਮ ਮੀਨਸ ਸਮਾਂ ਅਤੇ ਟਾਈਡ ਮੀਨਸ ਲਹਿਰਾਂ ਕਿਸੇ ਦੀ ਉਡੀਕ ਨਹੀਂ ਕਰਦੀਆਂ। ਇਫ ਯੂ ਡੂ ਨਾਟ ਮੇਕ ਦਾ ਬੈਸਟ ਯੂਜ਼ ਆਫ ਟਾਈਮ। ਜੇਕਰ ਤੁਸੀਂ ਸਮੇਂ ਦੀ ਬੈਸਟ ਯੂਜ਼ ਸਹੀ ਵਰਤੋਂ ਨਹੀਂ ਕਰੋਗੇ ਐਂਡ ਡੂ ਨਾਟ ਟੇਕ ਟਾਈਮ ਬਾਏ ਦਾ ਫੋਰਲੌਗ ਅਤੇ ਜੇ ਉਸ ਨੂੰ ਫੋਰਲੌਗ ਮੀਨਸ ਅੱਗੇ ਤੋਂ ਨਹੀਂ ਪਕੜੋਗੇ ਯੂ ਆਰ ਡੈਸਟਾਈਨਡ। ਡੈਸਟਾਈਨਡ ਮੀਨਸ ਕਿਸਮਤ ਵਿੱਚ ਲਿਖਿਆ ਜਾਣਾ। ਟੂ ਬੀ ਡੋਮਡ। ਡੋਮਡ ਮੀਨਸ ਵਿਨਾਸ਼। ਤਾਂ ਤੁਹਾਡੀ ਕਿਸਮਤ ਵਿੱਚ ਵਿਨਾਸ਼ ਜੋ ਹੈ ਉਹ ਲਿਖਿਆ ਜਾਂਦਾ। ਸ਼ੇਕਸਪੀਅਰ ਦਾ ਡੋਇਨ ਆਫ ਇੰਗਲਿਸ਼ ਲਿਟਰੇਚਰ। ਡੋਇਨ ਮੀਨਸ ਹੁੰਦਾ ਬੱਚਿਓ ਕੋਈ ਮਹਾਨ ਸ਼ਖਸੀਅਤ। ਕਹਿੰਦੇ ਕਿ ਸ਼ੇਕਸਪੀਅਰ ਜੋ ਕਿ ਇੰਗਲਿਸ਼ ਲਿਟਰੇਚਰ ਵਿੱਚ ਇੱਕ ਮਹਾਨ ਸ਼ਖਸੀਅਤ ਦੇ ਮਾਲਕ ਨੇ। ਰੋਟ ਮੀਨਸ ਉਹ ਲਿਖਦੇ ਹਨ। ਦੇਅਰ ਇਜ਼ ਟਾਈਡ in the affairs of men which taken at the flood leads on to fortune। ਮਨੁੱਖ ਦੀਆਂ ਜ਼ਿੰਦਗੀਆਂ ਵਿੱਚ ਉਤਾਰ ਚੜਾਅ ਯਾਨੀ ਕਿ ਲਹਿਰਾਂ ਆਉਂਦੀਆਂ ਰਹਿੰਦੀਆਂ ਹਨ ਜਿਹੜੀਆਂ ਕਿ ਹੜ੍ਹਾਂ ਵੇਲੇ ਉਸ ਨੂੰ ਵਹਾ ਕੇ ਲੈ ਜਾਂਦੀਆਂ ਹਨ। ਕਿੱਧਰ? ਫੋਰਚੂਨ ਮੀਨਸ ਕਿਸਮਤ ਵੱਲ। omitted all the woes of their life is born in shallows and in miseries। ਸਮੁੰਦਰ ਵਿੱਚ ਚੱਲਣ ਵਾਲੀਆਂ ਕਿਸ਼ਤੀਆਂ ਨੂੰ ਵੱਡੇ ਵਹਾਅ ਦੀ ਲੋੜ ਹੁੰਦੀ ਹੈ। ਭਾਵ ਜਦੋਂ ਕੋਈ ਚੰਗਾ ਮੌਕਾ ਮਿਲੇ ਤਾਂ ਉਸ ਨੂੰ ਸੰਭਾਲ ਲੈਣਾ ਚਾਹੀਦਾ, ਨਹੀਂ ਤਾਂ ਮਨੁੱਖ ਦਾ ਜੀਵਨ ਕੀ ਹੈ, ਦੁੱਖਾਂ ਵਿੱਚ ਚਲਾ ਜਾਂਦਾ ਹੈ। ਨੈਕਸਟ, ਡਿਊਰਿੰਗ ਦਾ ਟਫ ਕੋਰਸ ਆਫ ਦਾ ਜਰਨੀ ਆਫ ਲਾਈਫ। ਜ਼ਿੰਦਗੀ ਦੀ ਯਾਤਰਾ ਦੇ ਟਫ ਕੋਰਸ ਯਾਨੀ ਕਿ ਔਖੇ ਸਮੇਂ ਵਿੱਚ ਰੇਅਰਲੀ ਮੀਨਸ ਦੁਰਲੱਭ ਤੌਰ 'ਤੇ ਰੇਅਰਲੀ ਕਮਸ ਦਾ ਟਾਈਮ ਵਿਚ ਕੈਨ ਮੇਕ ਔਰ ਮਾਰ ਅ ਪਰਸਨਜ਼ ਹੋਲ ਫਿਊਚਰ। ਕਹਿੰਦੇ ਕਿ ਕਦੇ ਕਦੇ ਅਜਿਹਾ ਸਮਾਂ ਆਉਂਦਾ ਹੈ ਜੋ ਮਨੁੱਖ ਦੇ ਪੂਰੇ ਫਿਊਚਰ ਮੀਨਸ ਭਵਿੱਖ ਮੇਕ ਔਰ ਮਾਰ ਬਣਾਉਣਾ ਜਾਂ ਨਸ਼ਟ ਕਰਨਾ, ਜੋ ਇੱਕ ਮਨੁੱਖ ਦੇ ਪੂਰੇ ਫਿਊਚਰ ਨੂੰ ਭਵਿੱਖ ਨੂੰ ਬਣਾ ਸਕਦੇ ਨੇ ਜਾਂ ਉਸ ਨੂੰ ਖਤਮ ਕਰ ਸਕਦੇ ਨੇ। ਸੱਚ ਅ ਪ੍ਰੀਸ਼ੀਅਸ ਮੂਮੈਂਟ। ਪ੍ਰੀਸ਼ੀਅਸ ਮੀਨਸ ਕੀਮਤੀ, ਮੂਮੈਂਟ ਮੀਨਸ ਪਲ। Such a precious moment must not be allowed to go unnoticed। ਕਹਿੰਦੇ ਕਿ ਇਸ ਤਰ੍ਹਾਂ ਦੀ ਜਿਹੜੀ ਕੋਈ ਖਾਸ ਕੋਈ ਕੀਮਤੀ ਪਲ ਹੁੰਦਾ ਹੈ ਉਹਨੂੰ ਅਨਨੋਟਿਸ ਵੀ ਨਜ਼ਰ ਅੰਦਾਜ਼ ਕਰਕੇ ਜਾਣ ਨਹੀਂ ਦੇਣਾ ਚਾਹੀਦਾ। One must act in time before it is too late। ਕਹਿੰਦੇ ਕਿ ਇਸ ਤੋਂ ਪਹਿਲਾਂ ਕਿ ਬਹੁਤ ਜ਼ਿਆਦਾ ਦੇਰ ਹੋ ਜੇ ਸਾਨੂੰ ਕਿ ਕੋਈ ਨਾ ਕੋਈ ਕੰਮ ਕਰ ਲੈਣਾ ਚਾਹੀਦਾ।
This can be possible only if we are alive and alert to the importance of every single second in our lives। ਕਹਿੰਦੇ ਕਿ ਇਹ ਤਾਂ ਹੀ ਪੋਸੀਬਲ ਯਾਨੀ ਕਿ ਸੰਭਵ ਹੋ ਸਕਦਾ ਹੈ ਜੇਕਰ ਅਸੀਂ ਜ਼ਿੰਦਗੀ ਦੇ ਹਰ ਸਿੰਗਲ ਸੈਕਿੰਡ ਵੀ ਅਲਾਈਵ ਜਿਉਂਦੇ ਤੇ ਅਲਰਟ ਚੇਤਨ ਰਹਿੰਦੇ ਹਾਂ। ਦੋਜ਼ ਹੂ ਵੇਸਟ ਟਾਈਮ ਉਹ ਜਿਹੜੇ ਕਿ ਸਮੇਂ ਨੂੰ ਗਵਾਉਂਦੇ ਹਨ ਐਂਡ ਲੈਟ ਇਟ ਪਾਸ ਅਨਨੋਟਿਸਡ ਅਤੇ ਇਸ ਨੂੰ ਅਨਨੋਟਿਸ ਕੀਤਿਆਂ ਹੀ ਜਾਣ ਦਿੰਦੇ ਹਨ। ਹੈਵ ਟੂ ਰਿਪੈਂਟ ਐਂਡ ਪਾਈਨ ਉਹਨਾਂ ਨੂੰ ਰਿਪੈਂਟ ਮੀਨਜ਼ ਪਛਤਾਉਣਾ ਪੈਂਦਾ ਹੈ, ਪਾਈਨ ਮੀਨਜ਼ ਦੁਖੀ ਹੋਣਾ ਪੈਂਦਾ। ਓਨਲੀ ਵੈਨ ਦੇਰ ਇਜ਼ ਨੋ ਰੈਮਡੀ ਅਤੇ ਇਸ ਦਾ ਫਿਰ ਕੋਈ ਵੀ ਇਲਾਜ ਨਹੀਂ ਹੁੰਦਾ। ਨੈਕਸਟ, ਐਵਰੀ ਸੈਕਿੰਡ ਇਨ ਲਾਈਫ ਇਜ਼ ਇੰਪੋਰਟੈਂਟ। ਕਹਿੰਦੇ ਕਿ ਜ਼ਿੰਦਗੀ ਵਿੱਚ ਹਰ ਇੱਕ ਸੈਕਿੰਡ ਹਰ ਇੱਕ ਪਲ ਕੀ ਹੈ ਇੰਪੋਰਟੈਂਟ ਅਤੇ ਮਹੱਤਵਪੂਰਨ ਹੈ। ਸੈਕਿੰਡਸ ਐਡ ਅਪ ਟੂ ਮਿਨਟਸ ਹਾਰਸ ਡੇਜ਼ ਐਂਡ ਮੰਥਸ। ਕਹਿੰਦੇ ਕਿ ਸਕਿੰਟਾਂ ਤੋਂ ਹੀ ਮਿੰਟ ਬਣਦੇ ਨੇ, ਮਿੰਟਾਂ ਤੋਂ ਕੀ ਨੇ ਘੰਟੇ ਬਣਦੇ ਨੇ, ਘੰਟਿਆਂ ਤੋਂ ਹੀ ਦਿਨ ਬਣਦੇ ਨੇ ਅਤੇ ਦਿਨਾਂ ਤੋਂ ਕੀ ਹੈ ਮਹੀਨੇ ਬਣਦੇ ਨੇ। ਮੈਨੀ ਅ ਟ੍ਰਿਕਲ ਮੇਕਸ ਅ ਮਿਕਲ। ਵਾਈ ਨਾਟ ਦੈਨ ਸੇਵ ਐਵਰੀ ਸੈਕਿੰਡ ਟੂ ਮੇਕ ਦਾ ਬੈਸਟ ਯੂਜ਼ ਆਫ ਟਾਈਮ। ਤਾਂ ਇਸ ਤੋਂ ਬਾਅਦ ਕਿਉਂ ਨਾ ਅਸੀਂ ਹਰ ਪਲ ਨੂੰ ਚੰਗੀ ਤਰ੍ਹਾਂ ਵਰਤੀਏ। ਇਫ ਯੂ ਡੂ ਨਾਟ ਡੂ ਦੈਟ ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਹੋ ਅ ਲੋਟ ਆਫ ਟਾਈਮ ਇਜ਼ ਸਕੁਐਂਡਰਡ ਡਾਊਨ ਦਾ ਡਰੇਨ ਫਾਰ ਨਥਿੰਗ। ਤਾਂ ਬਹੁਤ ਸਾਰਾ ਜਿਹੜਾ ਸਮਾਂ ਹੈ ਉਹ ਸਕੁਐਂਡਰ ਡਾਊਨ ਮੀਨਜ਼ ਅਜਾਈਂ ਵਿਅਰਥ ਹੋ ਜਾਂਦਾ ਹੈ। ਲਾਈਫ ਇਜ਼ ਸ਼ਾਰਟ ਐਂਡ ਅਨਸਰਟਨ। ਜ਼ਿੰਦਗੀ ਕੀ ਹੈ ਛੋਟੀ ਵੀ ਹੈ ਅਤੇ ਅਨਸਰਟਨ ਮੀਨਜ਼ ਇਹ ਅਸਥਾਈ ਹੈ, ਯਾਨੀ ਕਿ ਅਸੀਂ ਅਜਿਹਾ ਨਹੀਂ ਕਹਿ ਸਕਦੇ ਕਿ ਸਾਨੂੰ ਕਿੰਨੇ ਸਾਲ ਜ਼ਿੰਦਗੀ ਮਿਲੀ। ਆਰਟ ਇਜ਼ ਲੌਂਗ ਕਲਾ ਲੰਬੀ ਹੈ ਐਂਡ ਟਾਈਮ ਇਜ਼ ਫਲੀਟਿੰਗ ਅਤੇ ਸਮਾਂ ਲੰਘ ਰਿਹਾ। ਸੈਡ ਅ ਪੋਇਟ ਇੱਕ ਕਵੀ ਨੇ ਕਿਹਾ ਹੈ ਵੀ ਹੈਵ ਅ ਲੋਟ ਟੂ ਡੂ ਸਾਨੂੰ ਹਜੇ ਕਰਨ ਲਈ ਬਹੁਤ ਕੁਝ ਬਾਕੀ ਹੈ। ਅ ਲੌਂਗ ਰੋਡ ਟੂ ਟਰੈਵਲਸ ਬਟ ਟਾਈਮ ਐਟ ਆਵਰ ਡਿਸਪੋਜ਼ਲ ਇਜ਼ ਵੈਰੀ ਸ਼ਾਰਟ। ਸਾਨੂੰ ਇੱਕ ਲੰਬੀ ਸੜਕ 'ਤੇ ਲੰਘਣਾ ਇਹਨੂੰ ਪਾਰ ਕਰਨਾ ਹੈ ਪਰ ਸਾਡੇ ਕੋਲ ਸਮਾਂ ਬਹੁਤ ਥੋੜ੍ਹਾ ਹੈ। ਹੂ ਨੋਜ਼ ਕੌਣ ਜਾਣਦਾ ਹੈ ਵੈਨ ਗੋਡ ਅਲਮਾਈਟੀ, ਅਲਮਾਈਟੀ ਮੀਨ ਸਰਵ ਸ਼ਕਤੀਮਾਨ, ਕਿ ਕਦੋਂ ਸਰਵ ਸ਼ਕਤੀਮਾਨ ਜਿਹੜਾ ਪਰਮਾਤਮਾ ਹੈ ਮੇ ਸੈਂਡ ਅ ਕਾਲ ਉਹ ਸਾਨੂੰ ਬੁਲਾ ਲਵੇ। ਇਨ ਫੈਕਟ ਅਸਲ ਵਿੱਚ ਐਵਰੀ ਬੀਟ ਆਫ ਅਵਰ ਹਾਰਟ ਇਜ਼ ਟੇਕਿੰਗ ਅਪ ਅਸ ਅ ਸਟੈਪ ਨੀਅਰ ਟੂ ਦਾ ਗ੍ਰੇਵ। ਅਸਲ ਵਿੱਚ ਕੀ ਹੈ ਕਿ ਸਾਡੇ ਦਿਲ ਦੀ ਹਰੇਕ ਧੜਕਣ ਸਾਨੂੰ ਕੀ ਹੈ ਗ੍ਰੇਵ ਮੀਨਜ਼ ਕਬਰ ਜਾਂ ਮੌਤ ਵੱਲ ਲਿਜਾ ਰਹੀ ਹੈ। Therefore, it is imperative that one should make the best use of the time available। ਇਸ ਲਈ ਸਾਨੂੰ ਕੀ ਚਾਹੀਦਾ ਕਿ ਸਾਨੂੰ ਜੋ ਵੀ ਸਮਾਂ ਮਿਲਿਆ ਹੈ ਉਸ ਨੂੰ ਸਹੀ ਰੂਪ ਵਿੱਚ ਵਰਤੀਏ। One must learn to be punctual in all one's activities। ਸਾਨੂੰ ਕੀ ਚਾਹੀਦਾ ਕਿ ਅਸੀਂ ਆਪਣੇ ਸਾਰੇ ਕੰਮਾਂ ਵਿੱਚ ਹੀ ਪੰਚੁਅਲ ਬਣੀਏ। ਦੋਜ਼ ਹੂ ਆਰ ਬਿਹਾਈਂਡ ਟਾਈਮ ਉਹ ਜਿਹੜੇ ਕਿ ਬਿਹਾਈਂਡ ਮੀਨ ਪਿੱਛੇ ਸਮੇਂ ਤੋਂ ਪਿੱਛੇ ਚੱਲਦੇ ਨੇ। ਲੈਗ ਬਿਹਾਈਂਡ ਇਨ ਦੇਅਰ ਲਾਈਫ ਟੂ ਉਹ ਆਪਣੀ ਲਾਈਫ ਜ਼ਿੰਦਗੀ ਵਿੱਚ ਵੀ ਪਿੱਛੇ ਰਹਿ ਜਾਂਦੇ ਨੇ। ਐਨ ਓਪਰਚੁਨਿਟੀ ਮਿਸਡ ਇਜ਼ ਐਨ ਓਪਰਚੁਨਿਟੀ ਲੋਸਟ ਫਾਰ ਐਵਰ। ਓਪਰਚੁਨਿਟੀ ਮੀਨਸ ਮੌਕਾ। ਕਹਿੰਦੇ ਕਿ ਇੱਕ ਮੌਕਾ ਜੋ ਅਸੀਂ ਇੱਕ ਵਾਰ ਗਵਾ ਲੈਂਦੇ ਹਾਂ ਸਮਝੋ ਕਿ ਉਹ ਹਮੇਸ਼ਾ ਲਈ ਗੁਆਚ ਗਿਆ। ਬਾਈ ਬੀਇੰਗ ਲੇਟ ਦੇਰੀ ਹੋਣ ਨਾਲ ਯੂ ਮੇ ਮਿਸ ਐਨ ਇੰਪੋਰਟੈਂਟ ਟ੍ਰੇਨ। ਹੋ ਸਕਦਾ ਹੈ ਤੁਸੀਂ ਇੱਕ ਬੜੀ ਹੀ ਇੰਪੋਰਟੈਂਟ ਟ੍ਰੇਨ ਰੇਲ ਮਿਸ ਕਰ ਲਓ। ਆ ਕਰੂਸ਼ੀਅਲ ਫਲਾਈਟ ਕੋਈ ਇੰਪੋਰਟੈਂਟ ਫਲਾਈਟ ਮਿਸ ਕਰ ਲਓ। ਆ ਕੈਰੀਅਰ ਮੇਕਿੰਗ ਜੋਬ ਕੋਈ ਅਜਿਹੀ ਤੁਸੀਂ ਜੋਬ ਨੌਕਰੀ ਗਵਾ ਲਓ ਜੋ ਕਿ ਤੁਹਾਡੇ ਕੈਰੀਅਰ ਨੂੰ ਬਣਾ ਸਕਦੀ। ਔਰ ਐਨ ਐਡਮਿਸ਼ਨ ਟੂ ਐਨ ਐਕਸੀਲੈਂਟ ਕੋਰਸ ਜਾਂ ਅਜਿਹਾ ਹੋ ਸਕਦਾ ਕਿ ਤੁਹਾਨੂੰ ਦੇਰੀ ਹੋ ਗਈ ਅਤੇ ਕਿਸੇ ਖਾਸ ਕੋਰਸ ਵਿੱਚ ਤੁਹਾਡੀ ਐਡਮਿਸ਼ਨ ਹੋਣੀ ਸੀ ਉਹ ਰਹਿ ਗਈ। ਇਟ ਇਜ਼ ਨੋ ਯੂਜ਼ ਕ੍ਰਾਈੰਗ ਓਵਰ ਸਪਲਿਟ ਮਿਲਕ। ਕਹਿੰਦੇ ਕਿ ਮੰਨ ਲਓ ਦੁੱਧ ਡੁੱਲ ਗਿਆ ਤਾਂ ਉਹ ਤੋਂ ਬਾਅਦ ਪਛਤਾਉਣ ਦਾ ਕੋਈ ਫਾਇਦਾ ਨਹੀਂ। ਜਿਵੇਂ ਕਹਿੰਦੇ ਨੇ ਅ ਪਛਤਾਏ ਹੋਤ ਕਿਆ ਜਬ ਚਿੜੀਆ ਚੁੱਗ ਗਈ ਖੇਤ। or blaming the stars when you are yourself responsible for your failure।
ਕਹਿੰਦੇ ਕਿ ਨਾ ਹੀ ਸਟਾਰਸ ਨੂੰ ਬਲੇਮ ਕਰਨ ਦਾ ਕੋਈ ਫਾਇਦਾ ਹੈ ਜਦੋਂ ਕਿ ਤੁਸੀਂ ਖੁਦ ਹੀ ਆਪਣੀ ਫੇਲੀਅਰ ਆਪਣੀ ਅਸਫਲਤਾ ਵਾਸਤੇ ਕੀ ਹੋ ਜ਼ਿੰਮੇਵਾਰ ਹੋਵੋ। ਡੀਅਰ ਸਟੂਡੈਂਟਸ, we have learned the value of time from the first half of the story. We will read the second half of the story in the next lecture. Goodbye. See you again.